Hello students, welcome in English class. So today we will do second lesson of supplementary book of 10th class of Punjab School Education Board. Second lesson, bed number 29. Its writer Tariq Rahman. A man whose hobby was painting met with an accident and lost his eyesight. ਇੱਕ ਵਿਅਕਤੀ ਜਿਸ ਦਾ ਕਿ ਸ਼ੌਂਕ ਪੇਂਟਿੰਗ ਕਰਨਾ ਸੀ ਦੁਰਘਟਨਾਗ੍ਰਸਤ ਹੋ ਜਾਂਦਾ ਹੈ ਅਤੇ ਆਪਣੀ ਅੱਖਾਂ ਦੀ ਰੋਸ਼ਨੀ ਗਵਾ ਬੈਠਦਾ ਹੈ। While he was in hospital, ਜਦੋਂ ਉਹ ਹਸਪੀਟਲ ਸੀ, ਨਈਮ his ward mate encouraged him to paint again. ਨਈਮ ਜੋ ਕਿ ਉਸ ਦੇ ਵਾਰਡ ਦੇ ਵਿੱਚ ਦੂਸਰਾ ਪੇਸ਼ੈਂਟ ਸੀ, ਉਸ ਨੂੰ ਹੌਸਲਾ ਦਿੰਦਾ ਹੈ ਕਿ ਉਹ ਆਪਣੀ ਪੇਂਟਿੰਗ ਦੁਬਾਰਾ ਸ਼ੁਰੂ ਕਰੇ। ਨਈਮ ਡਿਸਕ੍ਰਾਈਬਡ different scenes and he painted them. ਨਈਮ ਕਈ ਤਰ੍ਹਾਂ ਦੇ ਦ੍ਰਿਸ਼ਾਂ ਦਾ ਵਰਣਨ ਕਰਦਾ ਹੈ ਅਤੇ ਆਥਰ ਉਸ ਦੀ ਪੇਂਟਿੰਗ ਕਰਦਾ ਹੈ। ਨਈਮ left hospital. ਨਈਮ ਹਸਪੀਟਲ ਛੱਡ ਕੇ ਚਲਾ ਜਾਂਦਾ ਹੈ before the author got his eyesight back. ਲੇਖਕ ਦੀਆਂ ਅੱਖਾਂ ਦੀ ਰੋਸ਼ਨੀ ਆਉਣ ਤੋਂ ਪਹਿਲਾਂ ਨਈਮ ਹਸਪੀਟਲ ਛੱਡ ਦਿੰਦਾ ਹੈ। Who was Naeem and why did he leave the hospital? ਨਈਮ ਕੌਣ ਸੀ ਅਤੇ ਉਸਨੇ ਹਸਪੀਟਲ ਕਿਉਂ ਛੱਡਿਆ? ਆਓ ਲੈਸਨ ਪੜ੍ਹੀਏ। Brakes shrieked. Something struck. ਤਾਰਿਕ ਰਹਿਮਾਨ ਜੋ ਕਿ ਆਥਰ ਹੈ, ਉਹ ਉਸ ਦੁਰਘਟਨਾ ਦਾ ਵਰਣਨ ਕਰਦਾ ਹੋਇਆ ਕਹਿੰਦਾ ਹੈ ਕਿ ਇੱਕਦਮ ਬ੍ਰੇਕਾਂ ਦੀ ਆਵਾਜ਼ ਆਉਂਦੀ ਹੈ ਕਿ ਜਿੱਦਾਂ ਬਹੁਤ ਜ਼ੋਰ ਦੀ ਬ੍ਰੇਕ ਲੱਗੀ ਹੋਵੇ, ਜਿਵੇਂ ਕੁਝ ਵੱਜਿਆ ਹੋਵੇ। Someone cried, ਕੋਈ ਚਿল্ਲਾਇਆ, and there was darkness spreading all around me. ਅਤੇ ਮੇਰੇ ਆਲੇ ਦੁਆਲੇ ਹਨੇਰਾ ਹੀ ਹਨੇਰਾ ਪਸਰ ਗਿਆ। Pain leapt in my whole body. ਦਰਦ ਜਿਵੇਂ ਮੇਰੇ ਸਾਰੇ ਸਰੀਰ ਵਿੱਚ ਤੇਜ਼ੀ ਨਾਲ ਪਸਰ ਗਿਆ ਹੋਵੇ। And a gentle voice said, ਅਤੇ ਇੱਕ ਬਹੁਤ ਪਿਆਰੀ ਜੀ ਆਵਾਜ਼ ਨੇ ਮੈਨੂੰ ਕਿਹਾ ਹੋਵੇ, Please don't move sir. ਕਿਰਪਾ ਕਰਕੇ ਆਪਣੀ ਜਗ੍ਹਾ ਤੋਂ ਨਾ ਹਿੱਲੋ ਸ਼੍ਰੀਮਾਨ ਜੀ। It might be dangerous. ਇਹ ਖਤਰਨਾਕ ਹੋ ਸਕਦਾ ਹੈ। I tried to understand what had happened. ਮੈਂ ਕੋਸ਼ਿਸ਼ ਕੀਤੀ ਸਮਝਣ ਦੀ ਕਿ ਕੀ ਵਾਪਰ ਚੁੱਕਾ ਸੀ। I recalled the pre-dawn glow. ਮੈਂ ਉਸ ਪ੍ਰਭਾਤ ਵੇਲੇ ਦੀ ਚਮਕ ਨੂੰ ਦੁਬਾਰਾ ਆਪਣੇ ਖਿਆਲਾਂ ਵਿੱਚ ਸੋਚਿਆ। Trees and flowers, the dew-bathed grass. ਉਹਨਾਂ ਦਰਖਤਾਂ ਅਤੇ ਫੁੱਲਾਂ ਬਾਰੇ ਅਤੇ ਉਸ ਦੀਆਂ ਬੂੰਦਾਂ ਨਾਲ ਭਿੱਜੇ ਹੋਏ ਘਾਹ ਬਾਰੇ ਮੈਂ ਦੁਬਾਰਾ ਸੋਚਿਆ। All waiting for the sunrise. ਇਹ ਸਾਰੀਆਂ ਚੀਜ਼ਾਂ ਸੂਰਜ ਦੇ ਉੱਗਣ ਦੀ ਉਡੀਕ ਕਰ ਰਹੀਆਂ ਸਨ। I had imprisoned this all on the canvas. ਮੈਂ ਇਹਨਾਂ ਸਾਰਿਆਂ ਨੂੰ ਆਪਣੇ ਕੈਨਵਸ ਤੇ ਕੈਦ ਕਰ ਚੁੱਕਾ ਸੀ। My masterpiece, ਜੋ ਕਿ ਮੇਰੀ ਸ਼ਾਹਕਾਰ ਰਚਨਾ ਸੀ। The joy of life, ਮੇਰੀ ਜ਼ਿੰਦਗੀ ਦੀ ਖੁਸ਼ੀ। So I named it life. ਇਸ ਕਰਕੇ ਮੈਂ ਇਸ ਕੈਨਵਸ ਦਾ ਨਾਮ ਰੱਖਿਆ ਸੀ life, ਯਾਨੀ ਜ਼ਿੰਦਗੀ। Then I remembered the busy street scene. ਫਿਰ ਮੈਨੂੰ ਯਾਦ ਆਇਆ ਉਹ ਵਿਅਸਤ ਰੁੱਝੀ ਹੋਈ ਗਲੀ ਦਾ ਦ੍ਰਿਸ਼। The roar of traffic. ਟ੍ਰੈਫਿਕ ਦਾ ਸ਼ੋਰ। The car and the crash. ਅਤੇ ਉਹ ਕਾਰ ਜੋ ਕਿ ਕ੍ਰੈਸ਼ ਹੋ ਗਈ ਸੀ। My hand touched the bandages on my eyes. ਮੇਰੇ ਹੱਥ ਨੇ ਮੇਰੀਆਂ ਅੱਖਾਂ ਤੇ ਲੱਗੀ ਹੋਈ ਪੱਟੀ ਨੂੰ ਛੂਇਆ। No God, ਨਹੀਂ God, I moaned. ਮੈਂ ਕੁਰਲਾਇਆ। Not this, ਇਹ ਨਾ ਕਰੋ। My life was a nightmare of sounds. ਮੇਰੀ ਲਾਈਫ ਹੁਣ ਇੱਕ ਬੁਰਾ ਸੁਪਨਾ ਸੀ। ਆਵਾਜ਼ਾਂ ਦਾ, ਫੀਲਿੰਗਸ, ਭਾਵਨਾਵਾਂ ਦਾ, ਸਮੈਲਸ, ਗੰਧ ਅਤੇ ਦੁਰਗੰਧ ਦਾ, ਟੇਸਟ, ਸਵਾਦਾਂ ਦਾ, ਐਂਡ ਡ੍ਰੈਡਫੁਲ ਡਿਪਰੈਸ਼ਨ ਅਤੇ ਬਹੁਤ ਹੀ ਭਿਆਨਕ ਨਿਰਾਸ਼ਾ ਦਾ। It was a cage of darkness which held me prisoner. ਜਿਸਨੇ ਕਿ ਮੈਨੂੰ ਕੈਦੀ ਬਣਾ ਦਿੱਤਾ ਸੀ। Darkness and me, ਹਨੇਰਾ ਅਤੇ ਮੈਂ। That's all. ਬਸ ਇਹੀ ਕੁਝ। Time stood still.
ਸਮਾਂ ਜਿੱਦਾਂ ਖੜ ਗਿਆ ਹੋਵੇ ਐਂਡ ਸਨ ਰੋਜ਼ ਨੋ ਮੋਰ ਫॉर ਮੀ, ਅਤੇ ਜਿੱਦਾਂ ਸੂਰਜ ਮੇਰੇ ਵਾਸਤੇ ਦੁਬਾਰਾ ਨਾ ਚੜਿਆ ਹੋਵੇ। ਦ ਬਲੂਮ ਆਫ ਫਲਾਵਰਸ, ਫੁੱਲਾਂ ਦਾ ਖਿੜਨਾ, ਦ ਸਟਰੀਮਸ ਐਂਡ ਦ ਕਲੀਅਰ ਸਕਾਈ ਵਰ ਜਸਟ ਮੈਮਰੀ। ਨਦੀਆਂ ਦਾ ਚੱਲਣਾ ਅਤੇ ਖੁੱਲਾ ਆਸਮਾਨ ਮੇਰੇ ਵਾਸਤੇ ਯਾਦਾਂ ਹੀ ਸਨ। ਲਾਈਫ ਸੀਮਡ ਟੂ ਬੀ ਡਾਈਂਗ ਵਿਦ ਮੀ, ਜ਼ਿੰਦਗੀ ਲੱਗਦਾ ਸੀ ਕਿ ਮੇਰੇ ਨਾਲ ਮਰ ਰਹੀ ਸੀ। ਆਰ ਆਫਟਰ ਆਰ ਸਮਾਂ ਗੁਜ਼ਰਦਾ ਗਿਆ। I would lie on the bed as if staring at the ceiling। ਦਿਨ ਪ੍ਰਤੀ ਦਿਨ ਮੈਂ ਬੈੱਡ ਤੇ ਬੈਠਾ ਮਾਨੋ ਛੱਤ ਵੱਲ ਦੇਖਦਾ ਰਹਿੰਦਾ। ਅਚਾਨਕ ਇੱਕ ਆਵਾਜ਼ ਆਉਂਦੀ, How do you do? He was my wardmate ਨਈਮ। ਤੇਰਾ ਕੀ ਹਾਲ ਹੈ? ਉਹ ਮੇਰੇ ਵਾਰਡ ਦਾ ਦੂਜਾ ਮਰੀਜ਼ ਸੀ। ਉਸ ਦਾ ਨਾਮ ਸੀ ਨਈਮ, who was known as number 29, ਜਿਸ ਨੂੰ ਕਿ ਨੰਬਰ 29 ਨਾਲ ਜਾਣਿਆ ਜਾਂਦਾ ਸੀ। That being the number of his bed, ਕਿਉਂਕਿ ਇਹ ਉਸ ਦੇ ਬੈੱਡ ਦਾ ਨੰਬਰ ਸੀ। A soft spoken, ਇੱਕ ਬਹੁਤ ਪਿਆਰਾ ਜਿਹਾ ਬੋਲਣ ਵਾਲਾ cheerful man, ਖੁਸ਼ ਮਿਜ਼ਾਜ ਵਿਅਕਤੀ who comforted me with many a story, ਜਿਸ ਨੇ ਕਿ ਮੈਨੂੰ ਕਈ ਕਹਾਣੀਆਂ ਪਾ ਕੇ ਦਿਲਾਸਾ ਦਿੱਤਾ। diverting my mind from the shocking realities of life, ਮੇਰਾ ਧਿਆਨ ਜ਼ਿੰਦਗੀ ਦੀਆਂ ਦੁਖਦਾਈ ਅਸਲੀਅਤਾਂ ਤੋਂ ਦੂਜੇ ਪਾਸੇ ਕਰਨ ਲਈ। except he limped, ਉਹ ਲੰਗੜਾ ਕੇ ਚੱਲਦਾ ਸੀ and was on bed number 29, ਅਤੇ ਉਹ ਬੈੱਡ ਨੰਬਰ 29 ਤੇ ਸੀ। I hardly knew anything about him, ਮੈਂ ਬਸ ਇਸ ਤੋਂ ਜ਼ਿਆਦਾ ਹੋਰ ਉਸ ਬਾਰੇ ਕੁਝ ਨਹੀਂ ਜਾਣਦਾ ਸੀ। He wonderfully described the birds hopping among smiling brightness of the morning, ਉਹ ਸਵੇਰ ਦੇ ਖੁਸ਼ਨੁਮਾ ਉਜਾਲੇ ਵਿੱਚ ਪੰਛੀਆਂ ਦੀ ਚਹਿਲ ਕਦਮੀ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕਰਦਾ। That I imagined I could see the scene myself, ਮੈਂ ਇਸ ਤਰ੍ਹਾਂ ਪ੍ਰਤੀਤ ਕਰਦਾ ਕਿ ਜਿੱਦਾਂ ਮੈਂ ਉਹ ਸਾਰਾ ਸੀਨ ਦ੍ਰਿਸ਼ ਆਪਣੇ ਆਪ ਦੇਖ ਸਕਦਾ ਹੋਵਾਂ। Go on, ਲਗੇ ਰਹੋ। I would urge, ਮੈਂ ਬੇਨਤੀ ਕਰਦਾ। Whenever his voice stopped, ਜਦੋਂ ਉਸ ਦੀ ਆਵਾਜ਼ ਆਣੀ ਬੰਦ ਹੁੰਦੀ। Thus he would minutely describe the scene outside his windows, ਇਸ ਤਰ੍ਹਾਂ ਉਹ ਬਹੁਤ ਬਾਰੀਕੀ ਨਾਲ ਆਪਣੀ ਖਿੜਕੀ ਦੇ ਬਾਹਰ ਦਾ ਦ੍ਰਿਸ਼ ਦਾ ਵਰਣਨ ਕਰਦਾ। The whole day, ਸਾਰਾ ਦਿਨ। This gave hope to me, ਇਸ ਚੀਜ਼ ਨੇ ਮੈਨੂੰ ਆਸ਼ਾ ਪ੍ਰਦਾਨ ਕੀਤੀ। Listen, he said one morning, ਸੁਣੋ, ਉਸਨੇ ਮੈਨੂੰ ਇੱਕ ਸਵੇਰ ਨੂੰ ਕਿਹਾ। Start painting, ਤੂੰ ਪੇਂਟਿੰਗ ਸ਼ੁਰੂ ਕਰ। Which, as you said, ਜਿਵੇਂ ਕਿ ਤੂੰ ਕਿਹਾ, was your hobby before, ਕਿ ਇਹ ਤੇਰੀ ਪਹਿਲਾਂ ਹੌਬੀ ਸੀ। I lashed out at him, ਮੈਂ ਉਸ ਤੇ ਭੜਕ ਪਿਆ। I shouted, ਮੈਂ ਚਿল্লাਇਆ। Getting hysterical, ਜਿੱਦਾਂ ਕਿ ਮੇਰੀਆਂ ਭਾਵਨਾਵਾਂ ਭੜਕਾ ਦਿੱਤੀਆਂ ਗਈਆਂ ਹੋਣ। That he had no right to joke about my art, ਕਿ ਜਿੱਦਾਂ ਕਿ ਉਸ ਨੂੰ ਕੋਈ ਹੱਕ ਨਹੀਂ ਸੀ ਕਿ ਉਹ ਮੇਰੀ ਕਲਾ ਦਾ ਮਜ਼ਾਕ ਉਡਾਉਂਦਾ। He limped away to his bed, ਉਹ ਲੰਗੜਾਉਂਦਾ ਹੋਇਆ ਆਪਣੇ ਬੈੱਡ ਵੱਲ ਚਲਾ ਗਿਆ। Days passed, ਦਿਨ ਬੀਤਦੇ ਗਏ। Then one day I asked him if he had been moved by anything, ਫਿਰ ਮੈਂ ਉਸ ਨੂੰ ਇੱਕ ਦਿਨ ਪੁੱਛਿਆ ਕਿ ਕਿਸੇ ਹੋਰ ਚੀਜ਼ ਨੇ ਉਸ ਨੂੰ ਮੋਹਿਤ ਨਹੀਂ ਕੀਤਾ। Yes, he began slowly, ਹਾਂ, ਉਸ ਨੇ ਹੌਲੀ ਹੌਲੀ ਸ਼ੁਰੂ ਕੀਤਾ। Well, many things, ਹਾਂ, ਕਈ ਚੀਜ਼ਾਂ ਨੇ। He suddenly brightened, ਉਹ ਇੱਕਦਮ ਜੋਸ਼ ਵਿੱਚ ਆਇਆ। Oh yes, once I walked by a farmhouse, ਉਹ ਹਾਂ, ਮੈਂ ਇੱਕ ਦਿਨ ਕਿਸੇ ਫਾਰਮ ਹਾਊਸ ਵਿੱਚੋਂ ਲੰਘਿਆ। On a golden October evening, ਸੁਨਹਿਰੀ ਅਕਤੂਬਰ ਦੀ ਸ਼ਾਮ ਨੂੰ। And I saw a haystack, ਤੇ ਮੈਂ ਉੱਥੇ ਇੱਕ ਤੂੜੀ ਦਾ ਕੁੱਪ ਦੇਖਿਆ। It wasn't straw,
ਇਹ ਕੋਈ ਘਾਹ ਫੂਸ ਨਹੀਂ ਸੀ। ਇਟ ਵਾਜ਼ ਪਿਓਰ ਗੋਲਡ। ਇਹ ਸ਼ੁੱਧ ਸੋਨਾ ਸੀ। all around the world was ablaze with color। ਸੰਸਾਰ ਜਿੱਦਾਂ ਚਾਰੇ ਪਾਸੇ ਰੰਗ ਨਾਲ ਪ੍ਰਕਾਸ਼ਮਾਨ ਹੋਵੇ। ਰੈੱਡ ਲੀਵਸ, ਲਾਲ ਪੱਤਿਆਂ ਨਾਲ, ਵਾਈਟ ਡਕਸ, ਚਿੱਟੀਆਂ ਬੱਤਖਾਂ ਨਾਲ, basking in the last golden rays of the sun setting on the blood red west। ਛਿਪਦੇ ਹੋਏ ਸੂਰਜ ਦੀਆਂ ਸੁਨਹਿਰੀ ਕਿਰਨਾਂ ਦੇ ਨਾਲ ਬਣੀ ਲਾਲ ਸੂਹੀ ਪੱਛਮ ਦਿਸ਼ਾ ਦੀ ਧੁੱਪ ਦਾ ਆਨੰਦ ਮਾਣ ਰਿਹਾ ਹੋਵੇ। There I stood and gasped। ਉੱਥੇ ਮੈਂ ਖੜਿਆ ਅਤੇ ਸਾਹ ਲਿਆ। Unable to move। ਅੱਗੇ ਜਾਣ ਤੋਂ ਅਸਮਰੱਥ। What? I cried। ਲੇਖਕ ਚਿਲਾਇਆ, ਕੀ? Didn't you paint it? ਕਿ ਤੂੰ ਉਸ ਨੂੰ ਪੇਂਟ ਨਹੀਂ ਕੀਤਾ? There was an uneasy silence which embarrassed me for having asked such a question। ਤਾਂ ਉੱਥੇ ਇੱਕ ਅਨੋਖੀ ਜਿਹੀ ਚੁੱਪ ਪਸਰ ਗਈ ਜਿਸ ਨੇ ਮੈਨੂੰ ਸ਼ਰਮਸਾਰ ਕੀਤਾ ਅਜਿਹਾ ਕੁਐਸਚਨ ਪੁੱਛਣ ਤੇ। After all, I thought everyone is not an artist। ਮੈਂ ਸੋਚਿਆ ਕਿ ਹਰ ਬੰਦਾ ਤਾਂ ਆਰਟਿਸਟ ਨਹੀਂ ਹੁੰਦਾ। I mean, I would have painted it। ਲੇਖਕ ਨੇ ਗੱਲ ਮੋੜੀ, ਕਹਿੰਦਾ ਕਿ ਮੈਂ ਸੋਚਿਆ ਕਿ ਮੈਂ ਤਾਂ ਇਹ ਸਾਰੀਆਂ ਚੀਜ਼ਾਂ ਪੇਂਟ ਹੀ ਕਰ ਲੈਂਦਾ। I said hurriedly। ਮੈਂ ਕਾਲੀ ਕਾਲੀ ਕਿਹਾ, ਯਾਨੀ ਲੇਖਕ ਨੇ ਕਾਲੀ ਕਾਲੀ ਕਿਹਾ, Why don't you paint? It is in my mind and I know you can paint। ਨਈਮ ਨੇ ਕਿਹਾ ਕਿ ਤੂੰ ਕਿਉਂ ਨਹੀਂ ਪੇਂਟ ਕਰ ਸਕਦਾ? ਇਹ ਮੇਰੇ ਦਿਮਾਗ ਵਿੱਚ ਹੈ ਤੇ ਤੂੰ ਉਸ ਨੂੰ ਪੇਂਟ ਕਰ ਸਕਦਾ ਹੈ। Do please। ਕਰੋ ਕਿਰਪਾ ਕਰਕੇ। Say yes। ਹਾਂ ਕਹੋ। He pleaded। ਉਸਨੇ ਵਕਾਲਤ ਕੀਤੀ। And before I knew what I did, I said yes। ਲੇਖਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਮੈਂ ਇਹ ਸੋਚਦਾ ਕਿ ਮੈਂ ਕੀ ਕਿਹਾ, ਮੈਂ ਕਿਹਾ yes। ਹਾਂ। My life took a new turn। ਮੇਰੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ। He had provided everything needed for painting। ਨਈਮ ਨੇ ਮੈਨੂੰ ਹਰ ਚੀਜ਼ ਮੁਹੱਈਆ ਕਰਵਾਈ ਜੋ ਕਿ ਪੇਂਟਿੰਗ ਲਈ ਚਾਹੀਦੀ ਸੀ। And when the hospital attendants cried out in surprise as they entered the room। ਜਦੋਂ ਹਸਪੀਟਲ ਦੇ ਕਰਮਚਾਰੀ ਹੈਰਾਨੀ ਨਾਲ ਚਿল্ਲਾਉਂਦੇ ਹੋਏ ਕਮਰੇ ਵਿੱਚ ਪ੍ਰਵੇਸ਼ ਕਰਦੇ, he made them quiet। ਉਹ ਉਹਨਾਂ ਨੂੰ ਚੁੱਪ ਕਰਵਾ ਦਿੰਦਾ। Then the miracle started। ਫਿਰ ਚਮਤਕਾਰ ਸ਼ੁਰੂ ਹੋਇਆ। With eager, ਕਾਲੀ ਨਾਲ, but almost trembling finger, ਪਰ ਲਗਭਗ ਕੰਬਦੀ ਹੋਈ ਉਂਗਲ, I started drawing a scene I had once admired। ਜਿੱਦਾਂ ਮੇਰੀ ਇੱਕ ਵਾਰ ਪ੍ਰਸ਼ੰਸਾ ਹੋਈ, ਉਸੇ ਤਰ੍ਹਾਂ ਮੈਂ ਇੱਕ ਦ੍ਰਿਸ਼ ਬਣਾਉਣਾ ਸ਼ੁਰੂ ਕੀਤਾ। I labored on। ਮੈਂ ਮਿਹਨਤ ਕੀਤੀ। And on ਅਤੇ ਕਰਦਾ ਰਿਹਾ। Sketching the scene। ਉਸ ਦ੍ਰਿਸ਼ ਨੂੰ ਸਕੈਚ ਕਰਦਾ ਹੋਇਆ। From the canvas of my memory on the paper। ਆਪਣੀ ਯਾਦਦਾਸ਼ਤ ਦੇ ਕੈਨਵਸ ਤੋਂ ਆਪਣੇ ਪੇਪਰ ਤੇ ਉਤਾਰਦਾ ਹੋਇਆ। Too absorbed to think of my blindness। ਮੈਂ ਇੰਨਾ ਖੁੱਭ ਗਿਆ ਸੀ ਕਿ ਮੈਨੂੰ ਆਪਣੇ ਅੰਨੇਪਨ ਦਾ ਵੀ ਅਹਿਸਾਸ ਨਹੀਂ ਸੀ। I finished the scene। ਮੈਂ ਉਹ ਦ੍ਰਿਸ਼ ਖਤਮ ਕੀਤਾ। And in a shaky voice ਅਤੇ ਥਰਥਰਾਉਂਦੇ ਹੋਏ ਬੋਲਿਆ, called for ਨਈਮ। ਨਈਮ ਨੂੰ ਬੁਲਾਇਆ। He bounded to my bed। ਉਹ ਭੱਜਿਆ ਹੋਇਆ ਮੇਰੇ ਬੈੱਡ ਵੱਲ ਆਇਆ। For a while I heard nothing। ਕੁਝ ਦੇਰ ਮੈਂ ਕੁਝ ਨਹੀਂ ਸੁਣਿਆ। My heart sank। ਮੇਰਾ ਦਿਲ ਡੁੱਬ ਗਿਆ। I must have bungled it। ਮੈਂ ਜ਼ਰੂਰ ਹੀ ਇਹ ਖਰਾਬ ਕਰ ਦਿੱਤਾ ਹੋਵੇਗਾ। I thought। ਮੈਂ ਸੋਚਿਆ। Then his voice broke the silence। ਫਿਰ ਨਈਮ ਦੀ ਆਵਾਜ਼ ਨੇ ਉਸ ਸ਼ਾਂਤੀ ਨੂੰ ਤੋੜਿਆ। It's marvelous। ਇਹ ਅਦਭੁਤ ਹੈ। It's unbelievable। ਇਹ ਤਾਂ ਵਿਸ਼ਵਾਸ ਕਰਨ ਯੋਗ ਵੀ ਨਹੀਂ ਹੈ। You are a genius। ਤੂੰ ਮਹਾਨ ਹੈ। Man
a genius. यार तू तो जीनियस है. Who would say you are blind? कौन कहेगा कि तू अन्ना है? I felt relaxed. मैनू आराम महसूस होया and I said ਅਤੇ ਮੈਂ ਕਿਹਾ really? सचमुच? I could never believe. मैं कभी विश्वास नहीं कर सकता. Had it not happened with myself कि ਇਹ ਮੇਰੇ ਖੁਦ ਨਾਲ ਵਾਪਰਿਆ ਹੈ. Every morning after breakfast, ਹਰ ਸਵੇਰ ਨਾਸ਼ਤੇ ਤੋਂ ਬਾਅਦ ਨਈਮ would come to my bed. ਨਈਮ ਮੇਰੇ ਬੈੱਡ ਤੇ ਆਂਦਾ. In a dreamy voice he would describe a scene. ਇੱਕ ਖਾਬਮਈ ਆਵਾਜ਼ ਵਿੱਚ ਉਹ ਕਿਸੇ ਦ੍ਰਿਸ਼ ਦਾ ਵਰਣਨ ਕਰਦਾ. Which I would work from dawn to dusk. ਜਿਹਦੇ ਉੱਤੇ ਕਿ ਮੈਂ ਪ੍ਰਭਾਤ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ. As if the day would never end. ਕਿ ਜਿੱਦਾਂ ਦਿਨ ਕਦੇ ਖਤਮ ਹੀ ਨਾ ਹੋਣਾ ਹੋਵੇ. One canvas finished and another started. ਇੱਕ ਕੈਨਵਸ ਖਤਮ ਹੁੰਦਾ ਅਤੇ ਦੂਸਰਾ ਸ਼ੁਰੂ ਹੁੰਦਾ. It was wonderful. ਇਹ ਬਹੁਤ ਅਦਭੁਤ ਸੀ. Naeem would make me draw all the magic dreamland scenery. Naeem ਨੇ ਮੈਨੂੰ ਉਸ ਸੁਪਨ ਸੰਸਾਰ ਦੇ ਜਾਦੂਮਈ ਦ੍ਰਿਸ਼ਾਂ ਨੂੰ ਡਰਾ ਕਰਨ ਦੇ ਯੋਗ ਬਣਾਇਆ ਹੈ. Losing myself in his world of colors, forgetting my blindness. ਮੈਨੂੰ ਉਸਨੇ ਇਸ ਯੋਗ ਬਣਾਇਆ ਕਿ ਮੈਂ ਆਪਣੇ ਆਪ ਨੂੰ ਇਸ ਰੰਗਾਂ ਦੀ ਦੁਨੀਆ ਵਿੱਚ ਗਵਾ ਸਕਾਂ ਅਤੇ ਆਪਣੇ ਅੰਨੇਪਣ ਨੂੰ ਭੁੱਲ ਸਕਾਂ. I created on paper all he said. ਮੈਂ ਉਹ ਸਭ ਕੁਝ ਪੇਪਰ ਤੇ ਕ੍ਰੀਏਟ ਕੀਤਾ, ਰਚਨਾ ਕੀਤੀ ਜੋ ਕਿ ਉਸਨੇ ਮੈਨੂੰ ਕਿਹਾ. He always praised me. ਉਸਨੇ ਹਮੇਸ਼ਾ ਮੇਰੀ ਪ੍ਰਸ਼ੰਸਾ ਕੀਤੀ. And I became more and more convinced of my genius. ਅਤੇ ਮੈਂ ਹੋਰ ਜ਼ਿਆਦਾ ਆਪਣੀ ਮਹਾਨਤਾ ਉੱਤੇ ਕਨਵਿੰਸਡ ਹੋ ਗਿਆ, ਮੰਨਣ ਲੱਗ ਗਿਆ ਕਿ ਮੈਂ ਮਹਾਨ ਹਾਂ. He would himself mix the colors. ਉਹ ਆਪਣੇ ਆਪ ਮੇਰੇ ਕਲਰ ਮਿਕਸ ਕਰਦਾ and suggest ਅਤੇ ਸਲਾਹ ਦਿੰਦਾ of faint shade here ਕਿ ਇੱਕ ਹਲਕਾ ਰੰਗ ਇੱਥੇ, a dark line there ਕਿ ਇੱਕ ਗੂੜੀ ਲਾਈਨ ਉੱਥੇ. It was then that the doctors operated upon me again. ਇਸ ਸਭ ਦੇ ਦਰਮਿਆਨ ਹੀ ਡਾਕਟਰ ਨੇ ਮੇਰਾ ਆਪਰੇਸ਼ਨ ਦੁਬਾਰਾ ਕੀਤਾ. ਨਈਮ had taken over the work of reading to me. ਨਈਮ ਨੇ ਆਪਣਾ ਕੰਮ ਸੰਭਾਲੀ ਰੱਖਿਆ ਮੇਰੇ ਲਈ ਪੜ੍ਹਨ ਦਾ. ਉਹ describing a scene from my window ਅਤੇ ਮੇਰੀ ਵਿੰਡੋ ਤੋਂ ਬਾਹਰ ਦੇ ਦ੍ਰਿਸ਼ ਦਾ ਵਰਣਨ ਕਰਨ ਦਾ. As I was unable to move from the bed, ਜਿਵੇਂ ਕਿ ਮੈਂ ਆਪਣੇ ਬੈੱਡ ਤੋਂ ਹਿਲਣ ਡੁਲਣ ਵਿੱਚ ਅਯੋਗ ਸੀ. As days passed, ਜਿੱਦਾਂ ਦਿਨ ਬੀਤਦੇ ਗਏ, my anxiety increased partly. ਹੌਲੀ ਹੌਲੀ ਮੇਰੀ ਉਤਸੁਕਤਾ ਵੱਧਦੀ ਰਹੀ because I wanted to see the world of colors with my own eyes. ਕਿਉਂਕਿ ਮੈਂ ਇਸ ਦੁਨੀਆ ਦੇ ਰੰਗਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ ਸੀ. But mostly, ਪਰ ਜ਼ਿਆਦਾਤਰ ਮੇਰੇ ਖਿਆਲ ਆਉਂਦਾ because I had spent my last rupee on this very operation ਕਿ ਜਿੱਦਾਂ ਮੈਂ ਆਪਣਾ ਆਖਰੀ ਪੈਸਾ ਵੀ ਇਸ ਆਪਰੇਸ਼ਨ ਤੇ ਖਰਚ ਕਰ ਚੁੱਕਾ ਸੀ. and in case of failure ਅਤੇ ਬਾਈ ਚਾਂਸ ਜੇ ਇਹ ਆਪਰੇਸ਼ਨ ਨਾਕਾਮਯਾਬ ਹੋਇਆ, I would have to lead the wretched life of darkness and misery. ਤਾਂ ਸਾਰੀ ਉਮਰ ਮੈਨੂੰ ਹਨੇਰੇ ਅਤੇ ਦੁੱਖ ਦੀ ਮਾੜੀ ਜ਼ਿੰਦਗੀ ਬਤੀਤ ਕਰਨੀ ਪਵੇਗੀ. I went to the doctor's room with the nurse. ਮੈਂ ਡਾਕਟਰਸ ਦੇ ਕਮਰੇ ਵਿੱਚ ਗਿਆ ਨਰਸ ਦੇ ਨਾਲ. When Naeem came and said, ਜਦੋਂ ਨਈਮ ਆਇਆ ਅਤੇ ਕਿਹਾ, It's a beautiful day. ਇਹ ਬਹੁਤ ਸੁੰਦਰ ਦਿਨ ਹੈ. I hope you see it soon. ਮੈਨੂੰ ਉਮੀਦ ਹੈ ਕਿ ਤੂੰ ਇਸ ਨੂੰ ਜਲਦੀ ਦੇਖੇਗਾ. I tried to answer, but there was a lump in my throat. ਮੈਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਗਲੇ ਵਿੱਚ ਕੋਈ ਠੋਸ ਆਕਾਰ ਦੀ ਵਸਤੂ ਸੀ. I smelt the smell of the operation theatre. ਮੈਂ ਆਪਰੇਸ਼ਨ ਥੀਏਟਰ ਦੀ ਗੰਧ ਨੂੰ ਸੁੰਘਿਆ. I felt gloved hand touching me gently. ਮੈਨੂੰ ਮਹਿਸੂਸ ਹੋਇਆ ਕਿ ਦਸਤਾਨਿਆਂ ਵਾਲੇ ਹੱਥ
ਮੈਨੂੰ ਪਿਆਰ ਨਾਲ ਛੂ ਰਹੇ ਹਨ। My bandage was being unwound. ਮੇਰੀ ਪੱਟੀ ਉਤਾਰੀ ਜਾ ਰਹੀ ਸੀ। The clock ticked and a voice said. ਘੜੀ ਨੇ ਟਿਕ ਟਿਕ ਕੀਤੀ and ਇੱਕ ਆਵਾਜ਼ ਆਈ, Open your eyes. ਆਪਣੀਆਂ ਅੱਖਾਂ ਖੋਲੋ। And I opened my eyes. ਅਤੇ ਮੈਂ ਆਪਣੀਆਂ ਅੱਖਾਂ ਖੋਲੀਆਂ। There was the same unending darkness. ਤਾਂ ਨਾ ਖਤਮ ਹੋਣ ਵਾਲਾ ਹਨੇਰਾਪਨ ਉਸੇ ਤਰ੍ਹਾਂ ਮੇਰੇ ਸਾਹਮਣੇ ਸੀ। I was back in my room helped by the nurse. ਮੈਂ ਨਰਸ ਦੀ ਸਹਾਇਤਾ ਨਾਲ ਕਮਰੇ ਵਿੱਚ ਵਾਪਸ ਆ ਗਿਆ। So there was my life full of darkness. ਇਸ ਤਰ੍ਹਾਂ ਮੇਰੀ ਜ਼ਿੰਦਗੀ ਹਨੇਰੇ ਨਾਲ ਭਰੀ ਪਈ ਸੀ। I buried my head in the pillow. ਮੈਂ ਆਪਣਾ ਸਿਰ ਸਰਾਣੇ ਵਿੱਚ ਛੁਪਾ ਲਿਆ। ਨਈਮ was on my side consoling me. ਨਈਮ ਮੇਰੇ ਨਾਲ ਬੈਠਾ ਮੈਨੂੰ ਦਿਲਾਸਾ ਦੇ ਰਿਹਾ ਸੀ। I will be going soon. ਨਈਮ ਮੈਂ ਜਲਦੀ ਚਲਾ ਜਾਵਾਂਗਾ। I said sadly one day. ਮੈਂ ਇੱਕ ਦਿਨ ਉਦਾਸੀ ਨਾਲ ਨਈਮ ਨੂੰ ਕਿਹਾ। I have no money now. ਲੇਖਕ ਨੇ ਕਿਹਾ ਕਿ ਮੇਰੇ ਕੋਲ ਹੁਣ ਕੋਈ ਪੈਸਾ ਨਹੀਂ ਹੈ। This operation cost me all I had. ਇਹ operation ਨੇ ਮੇਰਾ ਸਾਰਾ ਪੈਸਾ ਲੈ ਲਿਆ ਹੈ। He was shocked. ਨਈਮ ਨੂੰ ਬਹੁਤ ਝਟਕਾ ਲੱਗਿਆ। Oh no, I have some money. You can have it. ਨਹੀਂ ਯਾਰ, ਮੇਰੇ ਕੋਲ ਕੁਝ ਪੈਸਾ ਹੈ, ਤੂੰ ਇਸ ਨੂੰ ਰੱਖ ਸਕਦਾ ਹੈ। He said softly. ਉਹਨੇ ਬੜੇ ਕੋਮਲਤਾ ਨਾਲ ਕਿਹਾ। I replied firmly. ਮੈਂ ਬੜੇ ਦ੍ਰਿੜ ਇਰਾਦੇ ਨਾਲ ਉਹਨੂੰ ਜਵਾਬ ਦਿੱਤਾ। Thanks name. I have never begged nor will I. ਮੈਂ ਕਦੀ ਭੀਖ ਨਹੀਂ ਮੰਗੀ ਅਤੇ ਨਾ ਹੀ ਕਦੀ ਮੰਗਾਂਗਾ। Thanks all the same. ਫਿਰ ਵੀ ਤੇਰਾ ਧੰਨਵਾਦ ਇਹ ਸਾਰਾ ਕੁਝ ਕਰਨ ਲਈ। He tried to persuade me. ਨਈਮ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ but I didn't listen. ਮੈਂ ਨਹੀਂ ਸੁਣਿਆ। One afternoon. ਇੱਕ ਦੁਪਹਿਰ ਨੂੰ ਨਈਮ came running to my bed. ਨਈਮ ਮੇਰੇ ਬੈੱਡ ਵੱਲ ਭੱਜਦਾ ਆਇਆ। Listen old fellow. ਸੁਣੋ ਮੇਰੇ ਪੁਰਾਣੇ ਮਿੱਤਰ। There is a friend of mine. ਮੇਰਾ ਇੱਕ ਪੁਰਾਣਾ ਮਿੱਤਰ ਹੈ। Who is an art lover. ਜੋ ਕਿ ਕਲਾ ਦਾ ਪ੍ਰੇਮੀ ਹੈ। He wants to buy your paintings. ਉਹ ਤੇਰੀਆਂ ਪੇਂਟਿੰਗਸ ਖਰੀਦਣਾ ਚਾਹੁੰਦਾ ਹੈ। How can that be? They must be awful, I thought. ਲੇਖਕ ਨੇ ਸੋਚਿਆ ਕਿ ਇਹ ਕਿੱਦਾਂ ਹੋ ਸਕਦਾ ਹੈ, ਇਹ ਤਾਂ ਬਹੁਤ ਬੁਰੀਆਂ ਹੋਣਗੀਆਂ। He is rich, we can strike a bargain. ਨਈਮ ਨੇ ਕਿਹਾ ਕਿ ਉਹ ਅਮੀਰ ਹੈ, ਅਸੀਂ ਕੁਝ ਉਹਦੇ ਨਾਲ ਬਾਰਗੇਨਿੰਗ ਕਰ ਲਾਂਗੇ। I consented. ਮੈਂ ਮੰਨ ਗਿਆ। And ਨਈਮ danced around the room with joy. ਅਤੇ ਨਈਮ ਸਾਰੇ ਰੂਮ ਵਿੱਚ ਨੱਚਦਾ ਹੋਇਆ ਫਿਰਨ ਲੱਗ ਪਿਆ। Next day he handed me some crisp bank notes. ਅਗਲੇ ਦਿਨ ਉਸਨੇ ਮੇਰੇ ਹੱਥ ਵਿੱਚ ਕੁਝ ਕੜਕ ਬੈਂਕ ਨੋਟ ਯਾਨੀ ਰੁਪਏ ਫੜਾਏ। My happiness knew no bounds. ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। Hope soared once again. ਆਸ ਨੇ ਇੱਕ ਵਾਰ ਫਿਰ ਉਡਾਰੀ ਭਰੀ। Once again I was living for something. ਇੱਕ ਵਾਰ ਫਿਰ ਮੈਂ ਕਿਸੇ ਚੀਜ਼ ਵਾਸਤੇ ਜੀਣਾ ਸ਼ੁਰੂ ਕਰ ਰਿਹਾ ਸੀ। I took to painting again. ਮੈਂ ਦੁਬਾਰਾ ਪੇਂਟਿੰਗ ਕਰਨੀ ਸ਼ੁਰੂ ਕੀਤੀ। Every morning ਨਈਮ would sit by my side. ਹਰ ਸਵੇਰ ਨਈਮ ਮੇਰੇ ਨਾਲ ਬੈਠ ਜਾਂਦਾ and begin his dreamy tale. ਅਤੇ ਉਹ ਆਪਣੀਆਂ ਸੁਪਨਮਈ ਕਹਾਣੀਆਂ ਸ਼ੁਰੂ ਕਰਦਾ। I drew on and on. ਮੈਂ ਲਗਾਤਾਰ ਉਹ ਕਾਗਜ਼ ਤੇ ਵਾਂਦਾ ਰਹਿੰਦਾ। The unknown buyer appeared off and on and bought my paintings. ਅਣਪਛਾਤਾ ਗਾਹਕ ਕਦੇ-ਕਦੇ ਸਾਹਮਣੇ ਆਂਦਾ ਅਤੇ ਮੇਰੀਆਂ ਪੇਂਟਿੰਗਸ ਖਰੀਦਦਾ। ਨਈਮ described scenes of the four seasons with such feelings. ਨਈਮ ਚਾਰੋਂ ਰੁੱਤਾਂ ਦੇ ਦ੍ਰਿਸ਼ਾਂ ਦਾ ਵਰਣਨ ਇੰਨੀ ਅੱਛੀ ਭਾਵਨਾ ਨਾਲ ਕਰਦਾ। especially the sunset ones. ਖਾਸ ਕਰਕੇ ਸੂਰਜ ਦੇ ਛੁਪਣ ਦੇ ਦ੍ਰਿਸ਼ਾਂ ਦਾ। pink, purple, white, violet and all shades of gold
were splashed before my mind's eye ਕਿ ਸੂਰਜ ਦੇ ਛੁਪਣ ਦੀ ਗੁਲਾਬੀ, ਜਾਮਣੀ, ਸਫੇਦ, ਵੈਂਗਣੀ ਅਤੇ ਕਈ ਤਰ੍ਹਾਂ ਦੇ ਸੁਨਹਿਰੀ ਸ਼ੇਡ ਮੇਰੇ ਦਿਮਾਗ ਦੇ ਅੱਗੇ ਮਾਨੋ ਸੱਜਿਤ ਹੋ ਜਾਂਦੇ। All my paintings had been bought, ਮੇਰੀਆਂ ਸਾਰੀਆਂ ਪੇਂਟਿੰਗਸ ਖਰੀਦ ਲਈਆਂ ਗਈਆਂ। And I found myself ready for the third operation, ਅਤੇ ਮੈਂ ਆਪਣੇ ਆਪ ਨੂੰ ਤੀਜੇ ਆਪਰੇਸ਼ਨ ਲਈ ਤਿਆਰ ਪਾਇਆ। After the operation, when I regained consciousness, ਆਪਰੇਸ਼ਨ ਤੋਂ ਬਾਅਦ ਜਦੋਂ ਮੈਨੂੰ ਹੋਸ਼ ਆਇਆ, I was told not to move or speak with anyone, ਮੈਨੂੰ ਕਿਹਾ ਗਿਆ ਕਿ ਹਿੱਲਣਾ ਨਹੀਂ ਅਤੇ ਨਾ ਹੀ ਕਿਸੇ ਨਾਲ ਗੱਲ ਕਰਨੀ ਹੈ। When my bandage was to be opened, I asked for Naeem, ਜਦੋਂ ਮੇਰੀ ਪੱਟੀ ਖੁੱਲਣੀ ਸੀ ਮੈਂ ਨਈਮ ਲਈ ਪੁੱਛਿਆ। But the nurse said he was ill, ਨਰਸ ਨੇ ਕਿਹਾ ਉਹ ਬਿਮਾਰ ਹੈ and could not come, ਅਤੇ ਨਹੀਂ ਆ ਸਕਦਾ। The doctor removed the bandage, and when I opened my eyes, a flash of light tore through my eyes. I could see. ਜਦੋਂ ਡਾਕਟਰ ਨੇ ਮੇਰੀ ਪੱਟੀ ਖੋਲੀ ਤੇ ਜਦੋਂ ਮੈਂ ਆਪਣੀਆਂ ਅੱਖਾਂ ਖੋਲੀਆਂ, ਇੱਕ ਚਾਨਣ ਦੀ ਚਮਕ ਮੇਰੀਆਂ ਅੱਖਾਂ ਨੂੰ ਪਾੜਦੀ ਹੋਈ ਮੇਰੀਆਂ ਅੱਖਾਂ ਦੇ ਵਿੱਚ ਆਈ ਤੇ ਮੈਂ ਆਪਣੀਆਂ ਅੱਖਾਂ ਨੂੰ ਸੀਲ ਕੀਤਾ, ਬੰਦ ਕੀਤਾ। They wheeled me back to my room, ਉਹ ਚੇਅਰ ਤੇ ਬਿਠਾ ਕੇ ਮੈਨੂੰ ਆਪਣੇ ਰੂਮ ਵਿੱਚ ਦੁਬਾਰਾ ਲੈ ਗਏ। I cried, Naeem, Naeem, sister, where is Naeem? मैं चिल्लाया, Naeem, Naeem, sister, Naeem किथे है? The nurse face turned pale, उस नर्स ਦਾ ਚਿਹਰਾ ਪੀਲਾ ਪੈ ਗਿਆ। As she handed me Naeem's letter, ਜਦੋਂ ਉਸਨੇ ਮੈਨੂੰ ਨਈਮ ਦੀ ਚਿੱਠੀ ਮੇਰੇ ਹੱਥ ਵਿੱਚ ਫੜਾਈ। The goddess of art smiled on me, ਲੇਖਕ ਕਹਿੰਦਾ ਕਿ ਕਲਾ ਦੀ ਦੇਵੀ ਮੇਰੇ ਤੇ ਮੁਸਕਰਾਈ। And then as quickly as she had come, she vanished, ਅਤੇ ਜਿੰਨੀ ਤੇਜ਼ੀ ਨਾਲ ਉਹ ਮੇਰੇ ਵੱਲ ਆਈ ਉਨੀ ਤੇਜ਼ੀ ਨਾਲ ਹੀ ਉਹ ਅਲੋਪ ਹੋ ਗਈ। Mad with grief, ਦੁੱਖ ਨਾਲ ਪਗਲਾਇਆ, I rushed to the cupboard, ਮੈਂ ਅਲਮਾਰੀ ਵੱਲ ਭੱਜਿਆ। And there lay all my paintings, ਅਤੇ ਉੱਥੇ ਪਈਆਂ ਸਨ ਮੇਰੀਆਂ ਸਾਰੀਆਂ paintings, mere masses of haphazard lines, ਸਿਰਫ ਬਹੁਤ ਸਾਰੀਆਂ ਉਲਟ-ਪੁਲਟ ਲਾਈਨਾਂ, without any color, ਬਿਨਾਂ ਕਿਸੇ ਰੰਗ ਦੇ। The nurse spoke, ਨਰਸ ਨੇ ਕਿਹਾ, he was a very great man, ਉਹ ਬਹੁਤ ਮਹਾਨ ਆਦਮੀ ਸੀ। With all his money, he bought these paintings, ਉਸਨੇ ਆਪਣੇ ਸਾਰੇ ਪੈਸੇ ਨਾਲ ਇਹ ਸਾਰੀਆਂ paintings ਖਰੀਦੀਆਂ। And moved out of the hospital, ਅਤੇ hospital ਵਿੱਚੋਂ ਨਿਕਲ ਗਿਆ। When he could not afford it, ਜਦੋਂ ਉਹ hospital ਦਾ ਖਰਚਾ ਨਾ ਸਹਿਣ ਕਰ ਪਾਇਆ। He could not have his third operation, ਨਈਮ ਆਪਣਾ ਤੀਜਾ ਆਪਰੇਸ਼ਨ ਨਹੀਂ ਕਰਵਾ ਪਾਇਆ ਕਿਉਂਕਿ ਉਸ ਕੋਲ ਪੈਸੇ ਨਹੀਂ ਸਨ। What? I cried, ਮੈਂ ਰੋਇਆ। ਕੀ? Operation? Which operation? ਕਿਹੜਾ operation? Why? ਕਿਉਂ? His eyes. Of course, he was blind, she said. ਨਰਸ ਨੇ ਕਿਹਾ, ਕਿਉਂ? ਉਸ ਦੀਆਂ ਅੱਖਾਂ ਦਾ ਆਪਰੇਸ਼ਨ, ਕਿਉਂਕਿ ਉਹ ਅੰਨਾ ਸੀ। I was unable to move for some time, ਮੈਂ ਕੁਝ ਚਿਰ ਉਸ ਜਗ੍ਹਾ ਤੋਂ ਹਿੱਲਣ ਡੁੱਲਣ ਤੋਂ ਅਸਮਰੱਥ ਹੋ ਗਿਆ। Tears blinded my eyes, ਅਥਰੂਆਂ ਨਾਲ ਮੇਰੀਆਂ ਅੱਖਾਂ ਭਰ ਗਈਆਂ। Under his pillow were 4 paintings he had painted of the 4 seasons before he was blind, ਉਸ ਦੇ ਸਿਰਹਾਣੇ ਥੱਲੇ 4 ਰੁੱਤਾਂ ਦੀਆਂ ਪੇਂਟਿੰਗ ਸਨ ਜੋ ਕਿ ਉਸਨੇ ਅੰਨੇ ਹੋਣ ਤੋਂ ਪਹਿਲਾਂ ਪੇਂਟ ਕੀਤੀਆਂ ਸੀ। He described those paintings to me, ਉਹ ਇਹਨਾਂ ਪੇਂਟਿੰਗਸ ਦਾ ਹੀ ਵਰਣਨ ਕਰਦਾ ਸੀ। And tried to paint them on my canvas, ਅਤੇ ਚਾਹੁੰਦਾ ਸੀ ਕਿ ਉਹ ਮੇਰੇ ਕੈਨਵਸ ਤੇ ਉਕਰਨ।
Tears blinded my eyes as I held his painting in my hand. ਜਦੋਂ ਮੈਂ ਉਸ ਦੀਆਂ ਪੇਂਟਿੰਗ ਆਪਣੇ ਹੱਥਾਂ ਵਿੱਚ ਫੜੀਆਂ ਤਾਂ ਮੇਰੇ ਅੱਖਾਂ 'ਚੋਂ ਹੰਝੂ ਵਹਿ ਤੁਰੇ।